ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੀਰ ਬੁੱਧੂ ਸ਼ਾਹ ਦਾ ਦਰਸ਼ਨ ਕਰਨ ਆਉਣਾ। ਇਹ ਪੀਰ ਜੀ ਸਢੌਰੇ ਰਹਿੰਦੇ ਸਨ ਅਤੇ ਸੈਯਦੀ ਜਾਤੀ ਦੇ ਹੋਣ ਕਰਕੇ ਸਰਕਾਰ ਵੱਲੋਂ ਵੀ ਸਤਿਕਾਰੇ ਜਾਣ ਕਰਕੇ ਛੋਟੇ ਜਿਹੇ ਜਗੀਰਦਾਰ ਸਨ। ਆਮ ਮੁਸਲਮਾਨਾਂ ਵਿੱਚ ਵੀ ਆਪ ਦੇ ਮੁਰੀਦਾਂ ਦੀ ਵੱਡੀ ਗਿਣਤੀ ਸੀ। ਆਪ ਖੁਦਾ ਦੀ ਇਬਾਦਤ ਵਿੱਚ ਕਈ ਚਾਲੀਏ ਅੰਨ ਜਲ ਤੋਂ ਬਿਨਾਂ ਕੱਟ ਚੁੱਕੇ ਸਨ। ਆਪ ਭਾਵੇਂ ਮੁਸਲਮਾਨ ਅਤੇ ਸੂਫੀ ਫਕੀਰ ਸਨ, ਪਰ ਉੱਚ ਦਰਜੇ ਦੀ ਤਾਂਘ ਵਿੱਚ ਸਨ, ਜਿਸ ਨੂੰ ਪ੍ਰਭੂ ਨਾਲ ਇਕਸੁਰ ਹੋਣਾ ਕਹਿੰਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭੀਖਣ ਸ਼ਾਹ ਦੇ ਚੇਲਿਆਂ ਅਤੇ ਹੋਰ ਕਈਆਂ ਕੋਲੋਂ ਸੁਣ ਚੁੱਕੇ ਸਨ। ਦਿਲ ਵਿੱਚ ਰੀਝ ਸੀ ਕਿ ਜੇ ਇਹੋ ਜਿਹੇ ਵਲੀ ਪੁਰਸ਼ ਨਾਲ ਮੇਲ ਹੋ ਜਾਏ ਤਾਂ ਇਹ ਜੋ ਘਾਟ ਹੈ ਖੁਦਾ ਦੇ ਮਿਲਾਪ ਅਤੇ ਹਿਰਦੇ ਵਿੱਚ ਉਸ ਦੇ ਜ਼ਹੂਰ ਦੇ ਪ੍ਰਗਟ ਹੋਣ ਦੀ ਜੋ ਖਾਹਿਸ਼ ਹੈ ਉਹ ਸ਼ਾਇਦ ਪੂਰੀ ਹੋ ਜਾਏ। ਪਰ ਹੁਣ ਜਦ ਉਸਨੇ ਸੁਣਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਸਢੌਰੇ ਦੇ ਨੇੜੇ ਹੀ 15-16 ਮੀਲਾਂ ਦੀ ਵਿੱਥ 'ਤੇ ਆਏ ਹੋਏ ਹਨ, ਤਾਂ ਉਸ ਦੇ ਮਨ ਵਿੱਚ ਦਰਸ਼ਨਾਂ ਦੀ ਖਿੱਚ ਅਤੇ ਵੱਡਾ ਪਿਆਰ ਪੈਦਾ ਹੋਇਆ। ਸੋ ਕੁਝ ਮੁਰੀਦਾਂ ਸਮੇਤ ਸ਼੍ਰੀ ਪਾਉਂਟਾ ਸਾਹਿਬ ਜਾ ਪੁੱਜਾ। ਉਸ ਨੇ ਗੁਰੂ ਜੀ ਦੇ ਕਿਲ੍ਹੇ ਦੇ ਬਾਹਰ ਵੱਡੀਆਂ ਰੌਣਕਾਂ ਦੇਖੀਆਂ। ਕਿਤੇ ਸਿੱਖਾਂ ਦੇ ਝੁੰਡਾਂ ਦੇ ਝੁੰਡ ਬੈਠੇ ਦੇਖੇ, ਜੋ ਵਿਦਿਆਰਥੀਆਂ ਦੀ ਸ਼ਕਲ ਵਿੱਚ ਵਿਦਵਾਨ ਸਿੱਖਾਂ ਤੋਂ ਵਿੱਦਿਆ ਪੜ੍ਹ ਰਹੇ ਸਨ। ਕਿਤੇ ਉਸ ਵੇਖਿਆ ਕਿ ਕਈ ਵਿਦਵਾਨ ਦਰਿਆ ਕਿਨਾਰੇ ਬੈਠੇ ਕੁਝ ਲਿਖ ਰਹੇ ਸਨ, ਕੋਈ ਵਾਰਤਕ ਅਤੇ ਕੋਈ ਕਵਿਤਾ। ਉਸ ਗੁਰੂ ਨਾਨਕ ਦੀ ਮਹਿਮਾ ਸੁਣੀ ਸੀ ਅਤੇ ਇਹ ਵੀ ਉਸ ਨੂੰ ਪਤਾ ਸੀ ਕਿ 5ਵੇਂ ਗੁਰੂ ਨਾਨਕ ਤੱਕ ਸ਼ਾਂਤੀ ਦਾ ਵਾਤਾਵਰਨ ਸੀ, ਪਰ 6ਵੇਂ ਗੁਰੂ ਤੋਂ ਭਗਤੀ ਦੇ ਨਾਲ ਸ਼ਕਤੀ ਵੀ ਇਸ ਗੁਰੂ ਨਾਨਕ ਦੀ ਗੱਦੀ ਨੇ ਗ੍ਰਹਿਣ ਕਰ ਲਈ ਸੀ। ਪਰ ਉਹ ਗੱਲਾਂ ਤਾਂ ਸੁਣੀਆਂ ਸਨ, ਪਰ ਹੁਣ ਤਾਂ ਉਹ ਪ੍ਰਤੱਖ ਵੇਖ ਰਿਹਾ ਸੀ। ਸੈਂਕੜੇ ਘੋੜੇ ਦੂਰ ਤੱਕ ਦਰਿਆ ਦੇ ਕਿਨਾਰੇ ਬੱਝੇ ਹੋਏ ਹਿਣਕ ਰਹੇ ਸਨ ਅਤੇ ਕਈ ਸਿੱਖ ਤਲਵਾਰਾਂ ਅਤੇ ਨੇਜੇਬਾਜ਼ੀ ਦੀ ਸਿਖਲਾਈ ਵਿੱਚ ਜੁਟੇ ਹੋਏ ਸਨ। ਕਈ ਘੋੜਿਆਂ ਨੂੰ ਦੂਰ ਤੱਕ ਦੌੜਾ ਕੇ ਘੋੜਸਵਾਰੀ ਦੀ ਪ੍ਰੈਕਟਿਸ ਕਰ ਰਹੇ ਸਨ। ਸੈਯਦ ਬੁੱਧੂ ਸ਼ਾਹ ਆਪ ਵੀ ਫਕੀਰ ਸੀ, ਪਰ ਜਗੀਰਦਾਰ ਹੋਣ ਕਰਕੇ ਉਹ ਵੀ ਸ਼ਸਤਰ ਵਿੱਦਿਆ ਦੇ ਹੁਨਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਸਮੇਂ ਦਾ ਸੁਘੜ ਅਤੇ ਸਿਆਣਾ ਬੰਦਾ ਸੀ। ਇਸ ਲਈ ਝੱਟ ਹੀ ਉਸਦੇ ਮਨ ਨੇ ਇਸ ਗੱਲ ਨੂੰ ਠੀਕ ਮਹਿਸੂਸ ਕੀਤਾ ਕਿ ਭਗਤੀ ਦੀ ਰਾਖੀ ਇਸ ਸਮੇਂ ਸ਼ਕਤੀ ਨਾਲ ਹੀ ਹੋ ਸਕਦੀ ਹੈ ਅਤੇ ਸ਼ਕਤੀ ਨੂੰ ਠੀਕ ਅਤੇ ਯੋਗ ਢੰਗ ਨਾਲ ਵਰਤਣ ਦੀ ਜਾਚ ਖੁਦਾ ਦੀ ਇਬਾਦਤ ਤੋਂ ਬਿਨਾਂ ਨਹੀਂ ਆ ਸਕਦੀ। ਸੋ ਇਸ ਤਰ੍ਹਾਂ ਆਪੇ ਹੀ ਸਵਾਲ ਅਤੇ ਆਪੇ ਹੀ ਜਵਾਬ ਉਸ ਨੂੰ ਆਪਣੇ ਹੀ ਹਿਰਦੇ ਦੀ ਤਹਿ ਵਿੱਚੋਂ ਹੀ ਮਿਲ ਰਹੇ ਸਨ। ਅਖੀਰ ਉਹ ਦੂਜੇ ਦਿਨ ਗੁਰੂ ਜੀ ਦੇ ਦਰਬਾਰ ਵਿੱਚ ਪੁੱਜਾ, ਜਿੱਥੇ ਚੜ੍ਹਦੀ ਜਵਾਨੀ ਅਤੇ ਜਲਾਲ ਭਰੇ ਚਿਹਰੇ ਵਾਲੇ ਸੋਹਣੀ ਕਲਗੀ ਅਤੇ ਜਿਗਾ ਲਾ ਕੇ ਸੁੰਦਰ ਦਸਤਾਰ ਅਤੇ ਪੁਸ਼ਾਕ ਪਹਿਨ ਕੇ ਬੜੇ ਸੁੰਦਰ ਸਿੰਘਾਸਣ 'ਤੇ ਸ਼੍ਰੀ ਦਸ਼ਮੇਸ਼ ਜੀ ਸੱਜੇ ਬੈਠੇ ਸਨ। ਜਾਂਦੇ ਹੀ ਹੋਰ ਸਿੱਖਾਂ ਵਾਂਗ ਇਸ ਪੀਰ ਨੂੰ ਝੁਕਣਾ ਔਖਾ ਹੋ ਗਿਆ ਕਿ ਮੈਂ ਬੁੱਢਾ ਫਕੀਰ, ਜਿਸ ਨੂੰ ਸਿਜਦੇ ਅਤੇ ਸਲਾਮਾਂ ਹੁੰਦੀਆਂ ਹਨ, ਇੱਕ ਨੌਜਵਾਨ ਗੁਰੂ ਅੱਗੇ ਕਿਵੇਂ ਝੁਕਾਂ। ਮਨ ਵਿੱਚ ਸਤਿਕਾਰ ਤਾਂ ਬੜਾ ਲੈ ਕੇ ਪੁੱਜਾ ਸੀ, ਪਰ ਦਰਬਾਰ ਵਿੱਚ ਪੁੱਜ ਕੇ ਮਨ ਨੇ ਉਲਟਬਾਜ਼ੀ ਲਾ ਦਿੱਤੀ। ਪਰ ਪ੍ਰੇਮ ਦੇ ਸਮੁੰਦਰ 'ਤੇ ਹਿਰਦੇ ਦੀਆਂ ਜਾਣਨ ਵਾਲੇ ਕਲਗੀਧਰ ਜੀ ਨੇ ਆਪ ਹੀ ਪ੍ਰੇਮ ਨਾਲ ਕਿਹਾ, ਆਓ ਜੀ ਸੱਯਦ ਸਾਹਿਬ, ਆਓ ਸਾਡੇ ਪਾਸ ਬੈਠੋ। ਅਤੇ ਇਸ ਦੇ ਨਾਲ ਅੰਮ੍ਰਿਤ ਨੈਣਾ ਦੀ ਖਿੱਚ ਅਤੇ ਮਧੁਰ ਬਚਨਾਂ 'ਤੇ ਐਸੇ ਸਤਿਕਾਰ ਨਾਲ ਪੀਰ ਜੀ ਨੂੰ ਆਪਣੇ ਪਾਸ ਬਿਠਾਇਆ ਕਿ ਉਹਨਾਂ ਅੰਦਰ ਵੀ ਇੱਕਦਮ ਹੀ ਪਿਆਰ ਦੀ ਝਰਨਾਹਟ ਛਿੜ ਗਈ। ਪਰ ਫਿਰ ਬੈਠਦੇ ਹੀ ਕਿਹਾ, ਹੇ ਗੁਰੂ ਨਾਨਕ ਦੀ ਫਕੀਰੀ ਅਤੇ ਗੱਦੀ ਦੇ ਵਾਰਸ ਜੀਓ, ਮੈਨੂੰ ਇਹ ਦੱਸੋ ਕਿ ਉਸ ਅੱਲਾਹ ਜਾਂ ਪ੍ਰਭੂ ਨਾਲ ਮੇਲ ਕਿਵੇਂ ਹੋਵੇ। ਮੇਰੀ ਉਮਰ ਭਾਵੇਂ ਵੱਡੀ ਹੈ, ਕਿਤਾਬਾਂ ਵੀ ਪੜ੍ਹੀਆਂ ਹਨ, ਫਕੀਰਾਂ ਦੀ ਸੰਗਤ ਵੀ ਕੀਤੀ ਹੈ, ਪਰ ਅਜੇ ਤੱਕ ਅੱਲਾਹ ਪਾਕ ਦੇ ਦੀਦਾਰ ਨਹੀਂ ਹੋ ਸਕੇ। ਇਸੇ ਗੱਲ ਦਾ ਮੇਰੇ ਮਨ ਨੂੰ ਝੋਰਾ ਹੈ ਅਤੇ ਇਹ ਝੋਰਾ ਮੇਟਣ ਲਈ ਹੀ ਮੈਂ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਹਾਂ ਕਿ ਸ਼ਾਇਦ ਤੁਹਾਥੋਂ ਹੀ ਇਹ ਦਾਤ ਪ੍ਰਾਪਤ ਹੋ ਜਾਏ। ਪੀਰ ਜੀ, ਅਸੀਂ ਭਾਵੇਂ ਛੋਟੇ ਹਾਂ, ਪਰ ਗੁਰੂ ਨਾਨਕ ਜੀ ਦੀ ਬਖਸ਼ਿਸ਼ ਬੜੀ ਵੱਡੀ ਹੈ। ਗੁਰੂ ਨਾਨਕ ਦੇਵ ਜੀ ਦਾ ਜੋ ਵੀ ਆਸਰਾ ਅਤੇ ਸਹਾਰਾ ਲੈਂਦਾ ਹੈ, ਕੋਈ ਵਜ੍ਹਾ ਨਹੀਂ ਕਿ ਫਿਰ ਉਸਦਾ ਝੋਰਾ ਅਤੇ ਚਿੰਤਾ ਦੂਰ ਨਾ ਹੋਵੇ। ਅਤੇ ਜਿਸ ਗੱਲ ਦਾ ਤੁਹਾਨੂੰ ਝੋਰਾ ਹੈ, ਇਹ ਤਾਂ ਥੋੜ੍ਹੇ ਜਿਹੇ ਅਗਿਆਨ ਅਤੇ ਕੁਝ ਹਉਮੈ ਕਰਕੇ ਹੀ ਹੈ।
ਹਉਮੈ ਤੇ ਅਗਿਆਨ ਹੀ ਮਨੁੱਖ ਨੂੰ ਪ੍ਰਭੂ ਨਾਲ ਇਕਮਿਕ ਨਹੀਂ ਹੋਣ ਦਿੰਦੇ। ਇਹ ਹਟ ਜਾਣ ਤਾਂ ਉਸੇ ਵੇਲੇ ਹੀ ਜੋਤ ਨਾਲ ਜੋਤ ਮਿਲਣ ਦੇ ਜ਼ਹੂਰ ਨੂੰ ਪਾ ਲਈਦਾ ਹੈ। ਗੁਰੂ ਜੀ, ਇਸ ਗੱਲ ਦਾ ਤਾਂ ਥੋੜ੍ਹਾ ਬਹੁਤ ਭੇਦ ਹੈ, ਪਰ ਇਸ ਦੇ ਦੂਰ ਹੋਣ ਦਾ ਢੰਗ ਸਮਝਾਓ। ਨੌਜਵਾਨ ਗੁਰੂ ਦੀ ਇੱਕੋ ਹੀ ਟਿਕਾਣੇ ਦੀ ਗੱਲ ਸੁਣ ਕੇ ਕੁਝ ਭਤੀਜੀਆਂ, ਪਰ ਉਹ ਪੂਰਾ ਭਤੀਜਣਾ ਚਾਹੁੰਦਾ ਸੀ ਤੇ ਗੁਰੂ ਜੀ ਵੀ ਚਾਹੁੰਦੇ ਸਨ ਕਿ ਇਸ ਦੀ ਮਨੋਕਾਮਨਾ ਪੂਰਨ ਹੋਵੇ। ਸੋ ਉਸੇ ਵੇਲੇ ਦੀਵਾਨ ਵਿੱਚ ਕੀਰਤਨ ਵਾਲੇ ਰਬਾਬੀਆਂ ਨੂੰ ਕਿਹਾ ਗਿਆ ਕਿ ਚੱਲਦੇ ਸ਼ਬਦ ਦਾ ਭੋਗ ਪਾ ਕੇ ਗੁਰੂ ਅਰਜਨ ਦੇਵ ਜੀ ਦੇ ਹਉ ਹਉ ਪੀਤ ਵਾਲੇ ਸ਼ਬਦ ਦਾ ਗਾਇਨ ਕਰੋ। ਰਬਾਬੀਆਂ ਨੇ ਇਹ ਸ਼ਬਦ ਸ਼ੁਰੂ ਕੀਤਾ ਤਾਂ ਗੁਰੂ ਜੀ ਨੇ ਪੀਰ ਜੀ ਨੂੰ ਸ਼ਬਦ ਵੱਲ ਧਿਆਨ ਦੇਣ ਲਈ ਕਿਹਾ। ਰਾਗੀ ਬੜੀ ਸੁੰਦਰ ਸੁਰ ਵਿੱਚ ਗਾਉਣ ਲੱਗੇ। ਹਉ ਹਉ ਪੀਤ ਪਾਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ। ਭਾਪੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੁਰਾਇਓ। ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁਖ ਮਿਟਾਇਓ। ਕਹੋ ਨਾਨਕ ਹਉਮੈ ਪੀਤ ਗੁਰ ਖੋਈ, ਤਉ ਦਇਆਰ ਬੀਠਲੋ ਪਾਇਓ। ਸ਼ਬਦ ਦਾ ਕੀਰਤਨ ਖਤਮ ਹੋ ਗਿਆ ਤਾਂ ਗੁਰੂ ਜੀ ਨੇ ਕਿਹਾ, ਹੇ ਸਾਈਂ ਜੀ, ਇਹ ਮੇਰੀ ਦੀ ਕੰਧ ਜੋ ਸਾਡੀ ਸੂਰਤ ਵਿੱਚ ਬਣ ਗਈ ਹੈ, ਬਸ ਉਸ ਅੱਲਾਹ ਪਾਕ ਦੇ ਦੀਦਾਰ ਵਿੱਚ ਰੋਕ ਹੈ, ਹੋਰ ਕੋਈ ਨਹੀਂ। ਮਨੁੱਖ ਦਾ ਆਪਾ ਭਾਵ ਇਹ ਮੇਰਾ ਉਹ ਮੇਰਾ, ਧਨ ਦੌਲਤ ਤੇ ਮਕਾਨ ਮੇਰੇ, ਤੇ ਇਹ ਮੇਰ ਦੀ ਹਉਮੈ ਹੀ ਉਸ ਨੂੰ ਪ੍ਰਭੂ ਨਾਲ ਨਹੀਂ ਮਿਲਣ ਦਿੰਦੀ। ਜਦੋਂ ਮਨੁੱਖ ਜਨਮਦਾ ਹੈ ਤਾਂ ਉਸ ਦਾ ਕੀ ਹੁੰਦਾ ਹੈ, ਨਾਲ ਕੀ ਲਿਆਉਂਦਾ ਹੈ? ਕੁਝ ਵੀ ਨਹੀਂ, ਸਗੋਂ ਜਿਸ ਪ੍ਰਭੂ ਦੇ ਹੁਕਮ ਅਨੁਸਾਰ ਜਨਮ ਹੁੰਦਾ ਹੈ, ਸਭ ਕੁਝ ਦਾ ਮਾਲਕ ਤਾਂ ਉਹੀ ਹੋਇਆ। ਪਰ ਮਨੁੱਖ ਨੂੰ ਇਹ ਭੁੱਲ ਕੇ ਇਹੋ ਲਿਵ ਲੱਗ ਜਾਂਦੀ ਹੈ ਕਿ ਬਸ ਜੋ ਮੈਂ ਹਾਂ ਉਹ ਮੈਂ ਹੀ ਹਾਂ। ਜੇ ਧਨ ਹੋਇਆ ਤਾਂ ਧਨ ਦਾ ਮਾਣ ਹੋ ਗਿਆ, ਜੇ ਵਿੱਦਿਆ ਹੋਈ ਤਾਂ ਵਿੱਦਿਆ ਦਾ, ਦਿਮਾਗ ਤੇ ਅਰੋਗਤਾ ਸਭ ਉਸੇ ਦੀਆਂ ਬਖਸ਼ਿਸ਼ਾਂ ਹਨ। ਜਿਸ ਨੂੰ ਚੇਤੇ ਕਰਕੇ ਮਨੁੱਖ ਨੂੰ ਸਭ ਕੁਝ ਸਮਝਣ ਨਾਲ ਉਸ ਅੱਲਾਹ ਪਾਕ ਦੇ ਦੀਦਾਰ ਹੋ ਸਕਦੇ ਹਨ। ਸਾਡੇ ਉੱਤੇ ਤਾਂ ਗੁਰੂ ਨਾਨਕ ਦੀ ਮਿਹਰ ਹੈ, ਉਹਨਾਂ ਦੀ ਕਿਰਪਾ ਨਾਲ ਇਹ ਸੱਚਾ ਗਿਆਨ ਸਾਡੇ ਅੰਦਰ ਵਸਿਆ ਪਿਆ ਹੈ। ਸਾਡੇ ਗੁਰਦੇਵਾਂ 5ਵੇਂ ਤੇ 9ਵੇਂ ਗੁਰੂ ਨਾਨਕ ਨੇ ਪ੍ਰਭੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਹੈ, ਸਰੀਰ ਦੇ ਦਿੱਤਾ ਹੈ, ਪਰ ਪ੍ਰਭੂ ਦੀਆਂ ਬਖਸ਼ਿਸ਼ਾਂ ਨਾਲ ਪ੍ਰਭੂ ਦੇ ਹੁਕਮ ਨੂੰ ਮੋੜਨ ਤੇ ਤੋੜਨ ਦਾ ਯਤਨ ਨਾ ਕੀਤਾ। ਸੋ ਇਸੇ ਕਰਕੇ ਸਭ ਉੱਤੇ ਕਿਰਪਾ ਤੇ ਦਇਆ ਕਰਨ ਵਾਲੇ ਠਾਕੁਰ ਪ੍ਰਭੂ ਨੇ ਸਾਡੇ ਸਤਿਗੁਰਾਂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਸ਼ਕਤੀ ਦਿੱਤੀ ਹੈ। ਇਹੋ ਹੀ ਉਹਨਾਂ ਦੀ ਹਉਮੈ ਦੇ ਨਾਸ ਤੇ ਖਤਮ ਹੋ ਜਾਣ ਦੀ ਨਿਸ਼ਾਨੀ ਸੀ ਤੇ ਦਿਆਲ ਪ੍ਰਭੂ ਦੇ ਨਿਰੇ ਦੀਦਾਰ ਹੀ ਨਹੀਂ, ਸਗੋਂ ਉਸ ਨਾਲ ਸਦਾ ਹੀ ਅਭੇਦਤਾ ਪ੍ਰਾਪਤ ਕਰ ਲਈ ਸੀ। ਸੋ ਅਸੀਂ ਤੁਹਾਨੂੰ ਭੇਤ ਵਾਲੀ ਗੱਲ ਦੱਸ ਦਿੱਤੀ ਹੈ। ਤੁਸੀਂ ਸਿਆਣੇ ਹੋ, ਜੱਪੀ ਤੱਪੀ ਤੇ ਭੁੱਖੇ ਪਿਆਸੇ ਰਹਿ ਕੇ ਚਾਲੀਹੇ ਕੱਟਣ ਵਾਲੇ ਪੀਰ ਫਕੀਰ ਹੋ, ਖੁਦਾ ਨਾਲ ਪਿਆਰ ਕਰਨ ਵਾਲੇ ਸੱਚੇ ਖੁਦਾ ਪ੍ਰਸਤ ਹੋ। ਪਰ ਇਹ ਨਿੱਕੀ ਜਿਹੀ ਤੇ ਭੰਬੀਰੀ ਦੇ ਖੰਭ ਵਰਗੇ ਸੂਖਮ ਜਿਹੇ ਹਉਮੈ ਦੇ ਅੰਤਰ ਨੂੰ ਆਪਣੀ ਆਤਮਾ ਦੇ ਅੱਗੋਂ ਹਟਾ ਦਿਓ ਤਾਂ ਬਸ ਸਾਖਿਆਤ ਦੀਦਾਰ ਪਾਓਗੇ। ਵਾਹ, ਇਸ ਲੇਖਕ ਦੇ ਸ਼ਬਦ ਵਿੱਚ ਤਾਂ ਉਹ ਖਿੱਚ ਤੇ ਪ੍ਰਬਲ ਕਿੱਥੇ ਹੈ ਜਿਨ੍ਹਾਂ ਦਾ ਸ੍ਰੀ ਕਲਗੀਧਰ ਦੇ ਸ਼ਬਦਾਂ ਵਿੱਚ ਜ਼ੋਰ ਸੀ। ਸੈਯਦ ਬੁੱਧੂ ਸ਼ਾਹ ਜੀ ਦੇ ਹਿਰਦੇ ਅੰਦਰ ਗੁਰੂ ਜੀ ਦੇ ਇਹਨਾਂ ਸ਼ਬਦਾਂ ਨੇ ਗਿਆਨ ਦੀ ਐਸੀ ਹਨੇਰੀ ਚਲਾ ਦਿੱਤੀ, ਜਿਸ ਨੇ ਸਭ ਭਰਮਾਂ ਭੁਲੇਖਿਆਂ ਦੇ ਕੱਖਾਂ ਕਾਨਿਆਂ ਨੂੰ ਇੱਕਦਮ ਹੀ ਉਡਾ ਕੇ ਹਿਰਦੇ ਮੰਦਰ ਤੋਂ ਦੂਰ ਕਰ ਦਿੱਤਾ ਤੇ ਨਿਰਮਲ ਹਿਰਦੇ ਨੂੰ ਉੱਥੇ ਬੈਠਿਆਂ ਹੀ ਸਭ ਕੁਝ ਪ੍ਰਾਪਤ ਹੋ ਗਿਆ। ਇਸ ਪ੍ਰਾਪਤੀ ਨੇ ਗੰਭੀਰ ਤੇ ਮਖਮੂਰ ਅੱਖਾਂ ਵਾਲੇ ਪੀਰ ਜੀ ਦੇ ਸਿਰ ਨੂੰ ਗੁਰੂ ਜੀ ਦੇ ਚਰਨਾਂ 'ਤੇ ਝੁਕਾ ਦਿੱਤਾ।